ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਦੋ ਪਰਿਵਾਰ ਘੁੰਮਣ ਫਿਰਨ ਦੇ ਲਈ ਗਏ। ਸੋਚਿਆ ਕਿ ਸਮੁੰਦਰ ਦੇ ਪਾਣੀਆਂ ਦੇ ਵਿੱਚ ਚੱਲਦੇ ਹਾਂ, ਦੂਰ ਦਰੇਡੇ ਜਿੱਥੇ ਆਸ-ਪਾਸ ਕੋਈ ਨਾ ਹੋਵੇ, ਥੋੜ੍ਹਾ ਇਕਾਂਤ ਦੇ ਵਿੱਚ ਆਪਣਾ ਜ਼ਿੰਦਗੀ ਦਾ ਬੋਝ ਹਲਕਾ ਕਰਕੇ ਆਉਂਦੇ ਹਾਂ। ਦੋਵੇਂ ਪਰਿਵਾਰ ਨਿਕਲਦੇ ਨੇ। ਕਾਫੀ ਅੱਗੇ ਜਾਣ ਤੋਂ ਬਾਅਦ ਸਮੁੰਦਰ ਦੇ ਵਿੱਚ ਕਾਫੀ ਭਿਆਨਕ ਤੂਫਾਨ ਆਉਂਦਾ। ਕੁਛ ਇੱਕ ਨੂੰ ਤੇ ਤੈਰਨਾ ਆਉਂਦਾ ਸੀ, ਪਰ ਬਾਕੀਆਂ ਨੂੰ ਸ਼ਾਇਦ ਓਡਾ ਵਧੀਆ ਨਹੀਂ। ਇੱਕ ਦੂਸਰੇ ਦੇ ਬਾਰੇ ਕੋਈ ਪਤਾ ਨਹੀਂ ਕਿਹੜੇ ਜੀਅ ਕਿੱਧਰ ਨੂੰ ਗਏ ਨੇ। ਪਰਿਵਾਰ ਦੇ ਵਿੱਚੋਂ ਦੋਵਾਂ ਪਾਸਿਆਂ ਤੋਂ ਜਿਹੜੇ ਮੇਨ ਮਰਦ ਸੀ, ਔਖੇ ਸੌਖੇ ਹੋ ਕੇ ਲਾਗੇ ਪੈਂਦੇ ਇੱਕ ਟਾਪੂ ਤੱਕ ਪਹੁੰਚ ਗਏ। ਉੱਥੇ ਪਹੁੰਚ ਕੇ ਵੇਖਦੇ ਨੇ ਪਰਿਵਾਰ ਦਾ ਕੋਈ ਜੀਅ ਨਾਲ ਨਹੀਂ ਹੈਗਾ, ਜਾਂ ਹੋ ਸਕਦਾ ਹੁਣ ਵੀ ਤੇ ਉਹਨਾਂ ਨੂੰ ਨਜ਼ਰ ਹੀ ਨਹੀਂ ਪੈ ਰਹੇ। ਦੋਵੇਂ ਜਣੇ ਬਹੁਤ ਪਰੇਸ਼ਾਨ ਹੁੰਦੇ ਨੇ। ਇੱਕ ਦੂਸਰੇ ਦੇ ਨਾਲ ਸਲਾਹ ਮਸ਼ਵਰਾ ਕਰਕੇ ਇਹ ਸੋਚਦੇ ਨੇ ਕਿ ਇੱਕ ਜਣਾ ਸੱਜੇ ਪਾਸੇ ਜਾ ਕੇ ਵੇਖੇ ਤੇ ਦੂਸਰਾ ਖੱਬੇ ਪਾਸੇ ਜਾ ਕੇ ਵੇਖੇ। ਪਰਿਵਾਰ ਵੀ ਸ਼ਾਇਦ ਲੱਭਦਾ ਹੋਊਗਾ, ਜੇਕਰ ਉਹ ਬਚ ਕੇ ਨਿਕਲ ਆਏ ਹੋਏ। ਤੇ ਵਾਪਸ ਆ ਕੇ ਮਿਲਦੇ ਨੇ, ਕੋਈ ਕਾਮਯਾਬੀ ਹੱਥ ਨਹੀਂ ਲੱਗਦੀ। ਰੱਬ ਦੇ ਉੱਤੇ ਡੋਰਾਂ ਸੁੱਟ ਕੇ ਸੋਚਦੇ ਨੇ ਚਲੋ ਰੱਬ ਨੂੰ ਯਾਦ ਕਰਦੇ ਹਾਂ, ਅਰਦਾਸ ਕਰਦੇ ਹਾਂ, ਸ਼ਾਇਦ ਇਸ ਸਮੱਸਿਆ ਦਾ ਕੋਈ ਹੱਲ ਹੋ ਜੇ, ਇੱਥੋਂ ਨਿਕਲ ਪਾਈਏ। ਆਪਣੀਆਂ ਆਪਣੀਆਂ ਦਿਸ਼ਾਵਾਂ ਦੇ ਵਿੱਚ ਫੇਰ ਨਿਕਲਦੇ ਨੇ ਤੇ ਰੱਬ ਅੱਗੇ ਦੁਆਵਾਂ ਕਰਦੇ ਨੇ। ਇੱਕ ਪਾਸਿਓਂ ਇੱਕ ਰੱਬ ਦੇ ਅੱਗੇ ਅਰਦਾਸ ਕਰਦਾ ਕਿ ਰੱਬਾ ਮੇਰਾ ਪਰਿਵਾਰ ਠੀਕ ਠਾਕ ਹੋਵੇ, ਮੇਰਾ ਪਰਿਵਾਰ ਛੇਤੀ ਤੋਂ ਛੇਤੀ ਮੈਨੂੰ ਮਿਲ ਜੇ। ਜਿੱਦਾਂ ਰੱਬ ਨੇ ਲਾਗਿਓਂ ਹੋ ਕੇ ਸੁਣੀ। ਅਚਾਨਕ ਧਿਆਨ ਪੈਂਦਾ ਤੇ ਦੂਰੋਂ ਉਹਨੂੰ ਲੱਗਦਾ ਕਿ ਜਿੱਦਾਂ ਮੇਰੀ ਵਹੁਟੀ ਖੜੀ ਹੈ। ਇੱਕਦਮ ਸਾਹ ਦੇ ਵਿੱਚ ਸਾਹ ਆਉਂਦੇ ਨੇ। ਉਹ ਵੀ ਬਚ ਚੁੱਕੀ ਸੀ। ਰੱਬ ਦੇ ਕੋਲੋਂ ਫੇਰ ਮੰਗਦਾ, ਰੱਬਾ ਕੁਛ ਖਾਣ ਨੂੰ ਮਿਲ ਜੇ। ਡੁੱਬ ਕੇ ਤੇ ਨਹੀਂ ਮਰੇ, ਮੈਨੂੰ ਲੱਗਦਾ ਭੁੱਖੇ ਮਰ ਜਾਣਾ। ਤੇ ਅਚਾਨਕ ਇੱਕ ਰੁੱਖ ਦੇ ਉੱਤੇ ਧਿਆਨ ਪੈਂਦਾ, ਜਿਹਦੇ ਫਲ ਖਾ ਕੇ ਆਪਣੀ ਜ਼ਿੰਦਗੀ ਹੁਣ ਬਚਾ ਲਈ ਹੈ। ਕਾਫੀ ਧਰਵਾਸ ਮਿਲੀ ਆ, ਪੀਣ ਦੇ ਲਈ ਅਰਦਾਸ ਕੀਤੀ ਆ, ਪਾਣੀ ਵੀ ਮਿਲ ਗਿਆ। ਤੇ ਦੋਵੇਂ ਜੀ ਅਰਦਾਸ ਕਰਦੇ ਨੇ ਕਿ ਕੋਈ ਰਾਤ ਕੱਟਣ ਦੇ ਲਈ ਹਲਕਾ ਕੋਈ ਸ਼ੈਲਟਰ ਵੀ ਮਿਲ ਜੇ। ਇੱਥੇ ਰਾਤ ਬਾਰਿਸ਼ ਹੋਣੀ ਆ, ਕੋਈ ਜਾਨਵਰ ਆ ਕੇ ਨੁਕਸਾਨ ਪਹੁੰਚਾ ਦਿੰਦਾ, ਕੋਈ ਨਾ ਕੋਈ ਹੱਲ ਹੋ ਜੇ। ਰੱਬ ਉਹ ਵੀ ਦੁਆ ਸੁਣ ਲੈਂਦਾ, ਉਹ ਵੀ ਅਰਦਾਸ ਉਹ ਵੀ ਸੁਣ ਲੈਂਦਾ। ਸਾਰਾ ਕੁਛ ਠੀਕ ਠਾਕ ਚੱਲ ਰਿਹਾ ਹੁੰਦਾ। ਆਖਰਕਾਰ ਇੱਕਦਮ ਯਾਦ ਆਉਂਦਾ ਕਿ ਹੁਣ ਇੱਥੋਂ ਨਿਕਲੀਏ ਵੀ। ਅਰਦਾਸ ਕਰਦੇ ਨੇ ਕਿ ਕੋਈ ਨਾ ਕੋਈ ਇੱਥੋਂ ਨਿਕਲਣ ਦਾ ਰੱਬਾ ਸਾਡੇ ਵਸੀਲਾ ਕਰ। ਜੇ ਤੂੰ ਸਾਰੀਆਂ ਮੰਨ ਹੀ ਰਿਹਾ ਤੇ ਫਿਰ ਇਹ ਵੀ ਜ਼ਰੂਰ ਮੰਨੇਗਾ। ਮਨ ਦੇ ਵਿੱਚ ਇੱਕ ਵਿਸ਼ਵਾਸ ਆ, ਇੱਕ ਯਕੀਨ ਹੈ। ਤੇ ਕਹਿੰਦੇ ਨੇ ਉਸੇ ਹੀ ਪਲ ਅੱਖਾਂ ਨੂੰ ਇੱਕ ਵੱਡਾ ਬੇੜਾ ਦਿਖਿਆ, ਜਿਹਦੇ ਵਿੱਚੋਂ ਪਤਾ ਨਹੀਂ ਕਿਉਂ ਇੱਕ ਛੋਟੀ ਕਸ਼ਤੀ ਪਾਣੀ ਦੇ ਵਿੱਚ ਠਿਲ ਕੇ ਇਸੇ ਟਾਪੂ ਵੱਲ ਨੂੰ ਆ ਰਹੀ ਹੈ। ਦੋਵਾਂ ਦੇ ਚਿਹਰੇ ਖਿੜ ਜਾਂਦੇ ਨੇ, ਬਹੁਤ ਖੁਸ਼ ਹੁੰਦੇ ਨੇ ਕਿ ਹੁਣ ਸੁਖੀ ਸੰਦੀ ਆਪਾਂ ਆਪਣੇ ਘਰਾਂ ਨੂੰ ਪਹੁੰਚ ਜਾਵਾਂਗੇ। ਅਚਾਨਕ ਵਹੁਟੀ ਯਾਦ ਦਿਵਾਉਂਦੀ ਹੈ ਕਿ ਉਹ ਤੁਹਾਡੇ ਦੋਸਤ ਸਾਡੇ ਨਾਲ ਹੀ ਆਇਆ ਸੀ, ਉਹ ਵੀ ਪਰਿਵਾਰ ਹੋਵੇ ਨਾ ਤਾਂ ਲੱਭ ਕੇ ਉਹਨਾਂ ਨੂੰ ਵੀ ਲੈ ਜਾਈਏ। ਤੇ ਘਰ ਵਾਲੇ ਨੇ ਜਵਾਬ ਦਿੱਤਾ, ਵੇਖ ਭਲੀਏ ਲੋਕੇ, ਸਾਡੀਆਂ ਦੁਆਵਾਂ ਕਬੂਲ ਹੋਈਆਂ ਨੇ, ਸਾਡੀ ਅਰਦਾਸ ਕਬੂਲ ਹੋਈ ਹੈ। ਤੇ ਜੇਕਰ ਉਹਦੀ ਦੁਆ ਦੇ ਵਿੱਚ ਅਸਰ ਹੋਇਆ ਤੇ ਉਹਦੀ ਦੁਆ ਵੀ ਕਬੂਲ ਹੋ ਜੂਗੀ, ਜਾਂ ਉਹਦੀ ਵੀ ਹੋ ਚੁੱਕੀ ਹੋਊਗੀ। ਪਰ ਸਾਨੂੰ ਉਹਨਾਂ ਨੂੰ ਨਾਲ ਤੇ ਲੈ ਕੇ ਜਾਣਾ ਚਾਹੀਦਾ ਨਾ, ਸਾਨੂੰ ਉਹਨਾਂ ਦਾ ਇੰਤਜ਼ਾਰ ਕਰਨਾ ਚਾਹੀਦਾ। ਜੇ ਉਹਨਾਂ ਦਾ ਇੰਤਜ਼ਾਰ ਕਰਦੇ ਰਹੇ ਨਾ ਤੇ ਬਚਣਾ ਆਪਾਂ ਵੀ ਨਹੀਂ। ਪਤਾ ਨਹੀਂ ਕਿੱਡੀ ਦੂਰ ਕਿੱਥੇ ਨਿਕਲ ਗਿਆ ਹੋਊਗਾ, ਛੱਡ, ਫੇਰ ਵੇਖੀ ਜਾਊਗੀ। ਤੇ ਕਹਿੰਦੇ ਨੇ ਜਿਹੜੀਆਂ ਦੁਆਵਾਂ, ਜਿਹੜੀਆਂ ਅਰਦਾਸਾਂ ਕਰ ਰਿਹਾ ਸੀ, ਇੱਕਦਮ ਜਿੱਦਾਂ ਰੱਬ ਦੇ ਰੂਪ ਦੇ ਵਿੱਚ ਕੁਛ ਪ੍ਰਗਟ ਹੁੰਦਾ
ਤੇ ਆ ਕੇ ਸੇਮ ਸਵਾਲ ਪੁੱਛਦਾ, ਭਲਿਆ ਜਿਹੜਾ ਤੇਰਾ ਮਿੱਤਰ ਸੀ ਨਾਲ ਉਹਨੂੰ ਨਹੀਂ ਲੈ ਕੇ ਜਾਣਾ? ਤੇ ਇਸਨੇ ਰੱਬ ਨੂੰ ਜਵਾਬ ਦਿੱਤਾ, ਮੇਰੀਆਂ ਅਰਦਾਸਾਂ ਕਬੂਲ ਹੋਈਆਂ ਨੇ ਨਾ, ਮੈਂ ਤੁਹਾਨੂੰ ਜਦੋਂ ਵੀ ਪੁਕਾਰਿਆ, ਵਾਰ-ਵਾਰ ਦਿਲੋਂ ਪੁਕਾਰਿਆ, ਉਦੋਂ ਤੁਸੀਂ ਮੇਰੀ ਮਦਦ ਕੀਤੀ ਹੈ। ਤੇ ਮਦਦ ਤੇ ਤੁਸੀਂ ਉਹਦੀ ਵੀ ਕਰ ਸਕਦੇ ਸੀ, ਤੁਸੀਂ ਉਹਦੀ ਦੁਆ ਵੀ ਤੇ ਮੰਨ ਸਕਦੇ ਸੀ, ਉਹਦੀ ਅਰਦਾਸ ਵੀ ਤੇ ਮੰਨ ਸਕਦੇ ਸੀ, ਤੇ ਉਹਦਾ ਵੀ ਕੋਈ ਨਾ ਕੋਈ ਹੱਲ ਹੋ ਜਾਂਦਾ। ਤੇ ਕਹਿੰਦੇ ਨੇ ਇਸ ਰੱਬ ਰੂਪੀ ਅਕਸ ਨੇ ਕਿਹਾ, ਵੈਸੇ ਦੁਆ ਤੇ ਮੈਂ ਉਹਦੀ ਕਬੂਲ ਕੀਤੀ ਹੈ, ਪਤਾ ਨਹੀਂ ਕਿਉਂ ਤੇਰੇ ਦਿਲੋਂ ਨਿਕਲੀ ਇੱਕ ਵੀ ਅਰਦਾਸ ਤੇ ਕਬੂਲ ਨਹੀਂ ਹੋਈ। ਤੇ ਵਿਅਕਤੀ ਇੱਕਦਮ ਹੈਰਾਨ ਹੋ ਕੇ ਪੁੱਛਦਾ, ਤੇ ਫਿਰ ਮੇਰੇ ਲਈ ਇਹ ਸਭ ਕੁਛ ਕਿਉਂ? ਮੈਨੂੰ ਇੱਥੋਂ ਕੱਢਣ ਦਾ ਇੰਤਜ਼ਾਮ ਤੁਸੀਂ ਕੀਤਾ, ਮੈਨੂੰ ਖਾਣਾ ਦਿੱਤਾ, ਮੇਰਾ ਪਰਿਵਾਰ ਮੈਨੂੰ ਲੱਭ ਗਿਆ, ਤੇ ਨਾਲੇ ਤੁਸੀਂ ਕਹਿ ਰਹੇ ਹੋ ਕਿ ਮੇਰੀਆਂ ਦੁਆਵਾਂ, ਮੇਰੀਆਂ ਅਰਦਾਸਾਂ ਕਬੂਲ ਨਹੀਂ ਹੋਈਆਂ, ਮੇਰੇ ਮਿੱਤਰ ਦੀਆਂ ਹੋਈਆਂ ਨੇ। ਤੇ ਇਸ ਰੱਬ ਰੂਪੀ ਅਕਸ ਨੇ ਕਿਹਾ, ਤੂੰ ਤੇ ਇਹ ਸਾਰਾ ਕੁਛ ਅਰਦਾਸਾਂ ਦੇ ਵਿੱਚ ਮੰਗ ਰਿਹਾ ਸੀ, ਤੂੰ ਆਪਣੇ ਲਈ ਮੰਗ ਰਿਹਾ ਸੀ, ਇਸ ਕਰਕੇ ਸ਼ਾਇਦ ਤੇਰੇ ਵਿੱਚੋਂ ਖੁਦਗਰਜ਼ੀ ਝਲਕ ਰਹੀ, ਤੇਰਾ ਕੁਛ ਕਬੂਲ ਨਹੀਂ ਹੋਇਆ। ਤੇ ਅਚਾਨਕ ਪੁੱਛਿਆ, ਤੇ ਫਿਰ ਮੇਰੇ ਮਿੱਤਰ ਨੇ ਕੀ ਮੰਗਿਆ ਸੀ? ਤੇ ਰੱਬ ਨੇ ਕਿਹਾ, ਤੇਰੇ ਮਿੱਤਰ ਨੇ ਮੰਗਿਆ ਸੀ ਕਿ ਮੇਰਾ ਦੋਸਤ ਜੋ ਵੀ ਇਸ ਟਾਈਮ ਮੰਗ ਰਿਹਾ, ਜੋ ਵੀ ਉਹ ਅਰਦਾਸਾਂ ਕਰ ਰਿਹਾ, ਰੱਬਾ ਉਹਦੀਆਂ ਪੂਰੀਆਂ ਕਰੀ। ਇਸ ਕਰਕੇ ਤੇਰੀਆਂ ਅਰਦਾਸਾਂ ਪੂਰੀਆਂ ਹੋਈਆਂ ਨੇ, ਤੇਰੇ ਅਰਦਾਸਾਂ ਕਰਨ ਕਰਕੇ ਤੇਰਾ ਕੰਮ ਨਹੀਂ ਪੂਰਾ ਹੋਇਆ। ਤੇ ਕਹਿੰਦੇ ਨੇ ਜਦੋਂ ਇੱਦਾਂ ਦਾ ਕੋਈ ਸਿਨੈਰੀਓ ਬਣਦਾ ਤੇ ਫਿਰ ਵਾਕਈ ਧਰਤੀ ਵੇਲ ਨਹੀਂ ਦਿੰਦੀ। ਯਾਰੀ ਦੋਸਤੀ ਹੋਵੇ ਤੇ ਇੱਦਾਂ ਦੀ ਹੋਵੇ, ਆਪਣੇ ਲਈ ਤੇ ਹਰ ਕੋਈ ਮੰਗਦਾ, ਕਦੀ ਦੂਸਰੇ ਲਈ ਮੰਗ ਕੇ ਵੇਖੀਏ। ਤੇ ਜਿਹੜਾ ਕਿਸੇ ਦੂਸਰੇ ਦੇ ਲਈ ਵਾਕਈ ਦਿਲੋਂ ਮੰਗ ਰਿਹਾ ਹੋਵੇ, ਕੀ ਉਹਨੂੰ ਆਪਾਂ ਕਿਤੇ ਝੁਠਲਾ ਸਕਦੇ ਹਾਂ? ਆਪਣੇ ਦੇ ਲਈ ਮੰਗਾਂਗੇ ਤੇ ਬੜਾ ਔਖਾ ਵਾ ਇਹ ਵੇਖਣਾ ਕਿ ਇਹਦੇ ਵਿੱਚ ਕਿਸੇ ਦੀ ਕੀ ਭਲਾਈ ਆ। ਆਪਣੇ ਆਪ ਦੇ ਲਈ ਮੰਗਿਆ ਤੇ ਉਹਦੇ ਵਿੱਚੋਂ ਖੁਦਗਰਜ਼ੀ ਹੀ ਝਲਕੂਗੀ। ਜਦੋਂ ਆਪਾਂ ਕਿਸੇ ਦੇ ਲਈ ਮੰਗਦੇ ਹਾਂ ਤੇ ਉਹਦੇ ਵਿੱਚੋਂ ਪਿਓਰਿਟੀ ਝਲਕਦੀ ਹੈ। ਉਹ ਬਿਲਕੁਲ ਇੱਕ ਖਾਲਸ ਮੰਗ ਹੁੰਦੀ ਹੈ ਸਾਡੀ। ਤੇ ਸ਼ਾਇਦ ਇਹੋ ਇੱਕ ਦੋਸਤੀ ਆ, ਇਹੋ ਜਿਹੀਆਂ ਰਿਸ਼ਤੇਦਾਰੀਆਂ ਸਾਡੀਆਂ ਹੋਣੀਆਂ ਚਾਹੀਦੀਆਂ ਨੇ, ਇਹੋ ਜਿਹੀਆਂ ਸਾਂਝਾਂ ਸਾਡੀਆਂ ਹੋਣੀਆਂ ਚਾਹੀਦੀਆਂ ਨੇ। ਤੇ ਆਸ ਕਰਦਾ ਇੱਦਾਂ ਦੀਆਂ ਹੀ ਸਾਂਝਾਂ ਤੁਹਾਡੀਆਂ ਹੋਣਗੀਆਂ। ਆਪਣੇ ਯਾਰਾਂ ਦੋਸਤਾਂ ਦੇ ਲਈ ਦੁਆਵਾਂ ਮੰਗਦੇ ਹੋਵੋਗੇ, ਆਪਣੇ ਪਰਿਵਾਰਾਂ ਦੇ ਲਈ ਦੁਆਵਾਂ ਮੰਗਦੇ ਹੋਵੋਗੇ, ਦੂਸਰਿਆਂ ਦੇ ਲਈ ਜੀਂਦੇ ਹੋਵੋਗੇ। ਆਸ ਕਰਦੇ ਹਾਂ ਕਹਾਣੀ ਪਸੰਦ ਆਈ ਹੋਏਗੀ। ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ। ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ।